नहीं ये तुम समझते हो जिद्दों ये सरकार बनी सी ਕਹਿੰਦੇ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਜੇ ਕੈਪਟਨ ਦਾ ਇੰਨਾ ਵੱਡਾ ਕੱਦ ਸੀਗਾ ਪੰਜਾਬ ਦੇ ਵਿੱਚ 2/3 ਮੈਜੋਰਟੀ ਤੋਂ ਵੀ ਵੱਧ ਤੁਹਾਨੂੰ ਲੋਕਾਂ ਨੇ ਹੁੰਗਾਰਾ ਦਿੱਤਾ ਉਸ ਕੈਪਟਨ ਨੂੰ ਬਦਲਣ ਦੀ ਕਿਉਂ ਜ਼ਰੂਰਤ ਪੈ ਗਈ ਕਿ 3 ਮਹੀਨੇ ਹੋਰ ਨਹੀਂ ਰੱਖ ਸਕਦੇ ਸੀ ਸੀਨੀਅਰ ਜਿਹੜੇ ਸੀਐਮ ਸੀਗੇ ਜਿਨ੍ਹਾਂ ਦੇ ਕਰਕੇ ਸਰਕਾਰ ਮਿਲੀ ਆ ਔਰ ਹੋ ਸਕਦਾ ਹਿੰਦੁਸਤਾਨ ਦੇ ਵਿੱਚ ਇੱਕ ਦੋ ਸਟੇਟਾਂ ਸੀਗੀਆਂ ਤੁਹਾਡੇ ਕੋਲ ਤੁਸੀਂ ਉਹਨਾਂ ਦੇ ਵੀ ਇਸ ਵੇਲੇ ਜਿਹੜੀ ਹੈ ਪ੍ਰੋਬਲਮ ਕ੍ਰੀਏਟ ਹੋ ਗਈ ਹੈ मेरी कारगुजारी तो खुश नहीं सी उन्होंने आप कहा पर उन्होंने ये भी कहा भी 3 बारी जोड़ा है CLP की मीटिंग बुलाना विधायकों को बुलाना दिल्ली बुलाना ये भी मैनू जोड़ा है मेरे मन में जी ठेस लगी है मेरा एक किस्म की कहते मैं इंसल्ट महसूस करदा सवाल स्टेटा का नहीं है बड़ा लंबा समा दिता हाई कमांड ने और इत्थों डिफरेंट MLAs के ग्रुप उत्थे हाई कमांड को जाते रहे और हाई कमांड ਨੂੰ ਉਹਨਾਂ ਨੇ ਰਿਕੁਐਸਟ ਕੀਤੀ ਵੀ ਹੁਣ ਸਾਡਾ ਇਹਨਾਂ ਲਈ ਚੱਲਣਾ ਇਹਨਾਂ ਦੇ ਨਾਲ ਚੱਲਣਾ ਔਖਾ ਹੋ ਗਿਆ ਕਿਉਂਕਿ ਉਹਨਾਂ ਦਾ ਜਿਹੜਾ ਇੱਕ ਤਾਨਾਸ਼ਾਹੀ ਪੂਰਨ ਰਵੱਈਆ ਉਹਦੇ ਵਿੱਚ ਕਿਤੇ ਵੀ ਫਰਕ ਨਹੀਂ ਪਿਆ ਤੁਸੀਂ ਦੇਖ ਚੁੱਕੇ ਹੋ ਇਸ ਵੇਲੇ ਬਹੁਤ ਉਤਸ਼ਾਹ ਵੀ ਹੈ ਲੋਕਾਂ ਦੇ ਵਿੱਚ ਕਿਉਂਕਿ ਲੋਕ ਜਾਣਨਾ ਚਾਹੁੰਦੇ ਸੀ ਵੀ ਜਦੋਂ ਤੱਕ ਪੰਜਾਬ ਸਰਕਾਰ ਜਦੋਂ ਬਣੀ ਸੀ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਬੇਅਦਬੀ ਦੇ ਬੰਦਿਆਂ ਨੂੰ ਫੜਨਾ ਦੋਸ਼ੀਆਂ ਨੂੰ ਫੜਨਾ ਹੋਰ ਵੀ ਬੇਰੁਜ਼ਗਾਰੀ ਸੀ ਨਸ਼ਿਆਂ ਨੂੰ ਕਹਿੰਦੇ ਸੀ ਠੱਲ ਪਾਣੀ ਹੈ ਬੜੇ ਮੁੱਦੇ ਸੀਗੇ ਕਾਂਗਰਸ ਕੋਲ ਲੇਕਿਨ ਕੀ ਇਹ ਮੁੱਦਿਆਂ ਨੂੰ ਭੜਕਾਉਣ ਵਾਸਤੇ ਲੋਕਾਂ ਦਾ ਧਿਆਨ ਹੋਰ ਪਾਸੇ ਲਾਉਣ ਵਾਸਤੇ ਇਹ ਸਾਰਾ ਕੁਝ ਜਿਹੜਾ ਡਰਾਮਾ ਹੋਇਆ ਨਵਾਂ ਚੀਫ ਮਿਨਿਸਟਰ ਬਣਾਇਆ ਤਾਂ ਇਸ ਕਰਕੇ ਕੀਤਾ ਗਿਆ कुछ गल्लां मनाणियां चाहते सी कुछ उधर मनाणियां चाहते सी पर दोनों तरह एक दूजे नूं मनाउण विच कामयाब ना होण करके इस नौबत तक आए कि सानूं चीफ मिनिस्टर जिहड़ा वो कांग्रेस पार्टी दी हाई कमान नूं चीफ मिनिस्टर बदलना पिया कि इस तरीके नाल हाई कमांड ने जदों कि 3 महीने 4 महीने 5 महीने ला लो इलैक्शनां नूं रहिंदे होण ਤੇ ਨਵੇਂ ਕੈਪਟਨ ਨੂੰ ਬਣਾ ਦਿੱਤਾ ਜਾਵੇ ਤੇ ਪੁਰਾਣੇ ਕੈਪਟਨ ਨੂੰ ਅੱਖੋਂ ਓਹਲੇ ਕਰ ਦਿੱਤਾ ਜਾਵੇ ਉਹਨੂੰ ਮਜਬੂਰ ਕੀਤਾ ਜਾਵੇ ਤੂੰ ਆਪਣਾ ਰਿਜ਼ਾਈਨ ਦੇ ਨਵਜੋਤ ਸਿੱਧੂ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਵੀ ਜਿਹੜਾ ਧੜਾ ਸੀਗਾ ਉਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਕਿ ਸਮਝਾਇਆ ਜਾਵੇ ਔਰ ਉਹਨਾਂ ਦਾ ਧਿਆਨ ਪੰਜਾਬ ਵੱਲ ਲਾਉਣ ਦੀ ਕੋਸ਼ਿਸ਼ ਕੀਤੀ ਪਰ ਦੋਨੋਂ ਧੜੇ ਆਪਣੀ ਆਪਣੀ ਜਿੱਦ ਤੇ ਅੜੇ ਰਹੇ ਸਵਾਏ ਉਸਦੇ ਕਿ ਉਹ ਅਜਿਹੇ ਮੁੱਖ ਮੰਤਰੀ ਵਜੋਂ ਆਪਣੇ ਕਰਤੱਵਾਂ ਦੀ ਠੀਕ ਨਿਭਾਉਣ ਲਈ ਅਜਿਹਾ ਕਰਨਾ ਲੋੜੀਂਦਾ ਹੋਵੇ ਮੈਂ ਸਿੱਧੇ ਜਾਂ ਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ Randhawa ji as Minister. मैं सुखजिंदर सिंह रंधावा ईश्वर की सौं चुकता है कि मैं कानून द्वारा स्थापक भारत के संविधान के प्रति सच्ची श्रद्धा निष्ठा रखांगा। मैं OP सोनी
ਮੈਂ ਈਸ਼ਵਰ ਦੀ ਸਹੁੰ ਚੁੱਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ। ਅਸੀਂ ਖੜੇ ਹਾਂ ਰਾਜ ਭਵਨ ਦੇ ਬਾਹਰ ਗੇਟ ਤੇ, ਜਿੱਥੇ ਹੁਣੇ ਸਹੁੰ ਚੁੱਕ ਸਮਾਗਮ ਤਾਂ ਹੋ ਚੁੱਕਿਆ ਔਰ ਹੁਣੇ ਤੁਹਾਨੂੰ ਵੱਡੀ ਖਬਰ ਵੀ ਦਿੱਤੀ ਅਸੀਂ ਕਿ ਰਾਹੁਲ ਗਾਂਧੀ ਵੀ ਇਸ ਸਹੁੰ ਚੁੱਕ ਸਮਾਗਮ 'ਚ ਦਿੱਲੀ ਤੋਂ ਪਹੁੰਚ ਚੁੱਕੇ ਨੇ। ਦੇਖਣਾ ਇਹ ਹੋਊਗਾ ਕਿ ਰਾਹੁਲ ਗਾਂਧੀ ਦੇ ਆਉਣ ਨਾਲ ਕੀ ਕਾਟੋ ਕਲੇਸ਼ ਜਿਹੜਾ ਕਾਂਗਰਸ ਵਿੱਚ ਪਿਆ ਹੋਇਆ ਉਹ ਠੀਕ ਹੋਏਗਾ ਕਿ ਨਹੀਂ ਹੋਏਗਾ। ਲੇਕਿਨ ਬਹੁਤ ਵੱਡਾ ਜਿਹੜਾ ਹੈ ਇੱਕ ਧਮਾਕਾ ਹੋਇਆ ਪਿਛਲੇ ਦਿਨੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਾਈ ਕਮਾਨ ਨੇ ਅਸਤੀਫਾ ਦੇਣ ਲਈ ਕਹਿ ਦਿੱਤਾ। ਅੱਜ ਸਾਡੇ ਨਾਲ ਖੜੇ ਨੇ, ਇਸ ਤੇ ਚਰਚਾ ਕਰਾਂਗੇ ਕੈਪਟਨ ਨੇ ਅਸਤੀਫਾ ਕਿਉਂ ਦਿੱਤਾ ਔਰ ਕਿਉਂ ਜ਼ਰੂਰਤ ਪਈ ਅੱਜ ਨਵੇਂ ਚੀਫ ਮਿਨਿਸਟਰ ਬਣਾਉਣ ਦੀ। ਸਾਡੇ ਨਾਲ ਖੜੇ ਨੇ ਵਿਨੋਦ ਭਾਰਤੀ, ਸੀਨੀਅਰ ਆਗੂ ਨੇ ਕਾਂਗਰਸ ਦੇ। ਭਾਰਤੀ ਸਾਹਿਬ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਪਹੁੰਚੇ ਸਹੁੰ ਚੁੱਕ ਸਮਾਗਮ ਦੇ ਵਿੱਚ। ਕਦੀ ਤੁਹਾਡੇ ਸਮੇਂ ਦੇ ਵਿੱਚ ਜਿੰਨੇ ਤੱਕ ਹੋਇਆ ਕਿ ਇਸ ਤਰੀਕੇ ਨਾਲ ਹਾਈ ਕਮਾਂਡ ਨੇ ਜਦੋਂ ਕਿ 3 ਮਹੀਨੇ 4 ਮਹੀਨੇ 5 ਮਹੀਨੇ ਲਾ ਲਓ ਇਲੈਕਸ਼ਨਾਂ ਨੂੰ ਰਹਿੰਦੇ ਹੋਣ ਤੇ ਨਵੇਂ ਕੈਪਟਨ ਨੂੰ ਬਣਾ ਦਿੱਤਾ ਜਾਵੇ ਤੇ ਪੁਰਾਣੇ ਕੈਪਟਨ ਨੂੰ ਅੱਖੋਂ ਓਹਲੇ ਕਰ ਦਿੱਤਾ ਜਾਵੇ, ਉਹਨੂੰ ਮਜਬੂਰ ਕੀਤਾ ਜਾਵੇ ਤੁਸੀਂ ਆਪਣਾ ਰਿਜ਼ਾਈਨ ਦੇ। ਇਸ ਤਰੀਕੇ ਦੀ ਜਿਹੜੀ ਸਿਆਸਤ ਕਾਂਗਰਸ ਵਿੱਚ ਦੇਖਣ ਜਾ ਰਹੀ ਆ, ਇਹਦਾ ਕੀ ਆਉਣ ਵਾਲੇ ਸਮੇਂ ਤੇ ਅਸਰ ਹੋਊਗਾ? ਇਸ ਤਰ੍ਹਾਂ ਕਾਂਗਰਸ ਨੇ ਬੜੇ ਹੀ ਇੱਕ ਅਕਲਮੰਦ ਤੇ ਸਿਆਣੇ ਸਾਬਕਾ ਚੀਫ ਮਿਨਿਸਟਰ ਉੱਤਰਾਖੰਡ ਦੇ, ਉਹਨਾਂ ਦੀ ਡਿਊਟੀ ਲਗਾਈ ਹੈ ऑब्जर्वर ਬਣਾ ਕੇ ਕਿ ਜੋ ਵੀ ਇਹ ਪ੍ਰੋਬਲਮਸ ਹੈ, ਜੋ ਵੀ ਡਿਫਰੈਂਸਿਸ ਹੈ, ਜੋ ਵੀ ਇਹਨਾਂ ਦੀ ਆਪਸੀ ਕੋਈ ਰੰਜਿਸ਼ ਹੈ ਉਹਨੂੰ ਦੂਰ ਕੀਤਾ ਜਾਵੇ। ਔਰ ਬੜੀ ਮਿਹਨਤ ਕੀਤੀ ਹਰੀਸ਼ ਰਾਵਤ ਜੀ ਨੇ ਔਰ ਨਵਜੋਤ ਸਿੱਧੂ, ਕੈਪਟਨ ਅਮਰਿੰਦਰ ਸਿੰਘ ਤੇ ਹੋਰ ਵੀ ਜਿਹੜਾ ਧੜਾ ਸੀਗਾ ਉਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਕਿ ਸਮਝਾਇਆ ਜਾਵੇ ਔਰ ਉਹਨਾਂ ਦਾ ਧਿਆਨ ਪੰਜਾਬ ਵੱਲ ਲਾਉਣ ਦੀ ਕੋਸ਼ਿਸ਼ ਕੀਤੀ। ਪਰ ਦੋਨੋਂ ਧੜੇ ਆਪਣੀ ਆਪਣੀ ਜਿੱਤ ਤੇ ਅੜੇ ਰਹੇ। ਕੁਝ ਗੱਲਾਂ ਉਹਨਾਂ ਨੇ ਕੈਪਟਨ ਸਾਹਿਬ ਨੂੰ ਕਹੀਆਂ ਜਿਹੜੀਆਂ ਉਹਨਾਂ ਨੇ ਨਹੀਂ ਮੰਨੀਆਂ, ਜੋ ਕੁਝ ਗੱਲਾਂ ਕੈਪਟਨ ਸਾਹਿਬ ਨੇ ਉਹਨਾਂ ਨੂੰ ਕਹੀਆਂ ਉਹਨਾਂ ਨੇ ਨਹੀਂ ਮੰਨੀਆਂ। ਅਖੀਰ ਵਿੱਚ ਹਰੀਸ਼ ਰਾਵਤ ਜੀ ਨੂੰ ਇਹ ਬਿਆਨ ਦੇਣਾ ਪਿਆ ਕਿ ਪੰਜਾਬ ਮੇਂ ਸਭ ਅੱਛਾ ਨਹੀਂ ਹੈ। ਉਸ ਗੱਲ ਨੂੰ ਸੀਰੀਅਸਲੀ ਲੈਂਦੇ ਹੋਏ ਹਾਈ ਕਮਾਨ ਨੇ ਜਦੋਂ ਬਿਲਕੁਲ ਗੰਭੀਰਤਾ ਨਾਲ ਇਹਦੇ ਤੇ ਵਿਚਾਰ ਕੀਤਾ ਔਰ ਸਾਰੇ ਪੰਜਾਬ ਦੇ ਸੀਨੀਅਰ ਮੋਸਟ ਲੀਡਰ, ਦਿੱਲੀ ਵਿੱਚ ਬੈਠੇ ਸੀਨੀਅਰ ਮੋਸਟ ਲੀਡਰ ਜਿਨ੍ਹਾਂ ਦਾ ਸੰਬੰਧ ਪੰਜਾਬ ਨਾਲ ਸੀ, ਉਹਨਾਂ ਦੇ ਵਿਚਾਰ ਜਾਣੇ ਔਰ ਉੱਥੋਂ ਉਹਨਾਂ ਨੇ ਇਹ ਸਿੱਟਾ ਕੱਢਿਆ ਕਿ ਹੁਣ ਕੈਪਟਨ ਸਾਹਿਬ ਬਹੁਤੀ ਦੇਰ ਕੰਟੀਨਿਊ ਨਹੀਂ ਚੱਲ ਸਕਦੇ, ਜੇਕਰ ਉਹ ਚੱਲਣਗੇ ਤਾਂ ਇਹ ਪਾੜਾ ਹੋਰ ਵਧੇਗਾ। ਇਸ ਕਰਕੇ ਉਹਨਾਂ ਨੇ ਕੈਪਟਨ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਤੁਸੀਂ ਹੁਣ ਤੁਹਾਡਾ ਟਾਈਮ ਜਿਹੜਾ ਉਹ ਪੂਰਾ ਹੋ ਗਿਆ, ਤੁਸੀਂ ਹਟ ਜਾਓ ਔਰ ਤੁਹਾਡੀ ਜਗ੍ਹਾ ਨਵਾਂ ਬੰਦਾ ਅਸੀਂ ਰਿਪਲੇਸ ਕਰਨਾ। ਨਹੀਂ, ਇਹ ਤੁਸੀਂ ਸਮਝਦੇ ਹੋ ਕਿ ਜਦੋਂ ਇਹ ਸਰਕਾਰ ਬਣੀ ਸੀ ਕਹਿੰਦੇ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਜੇ ਕੈਪਟਨ ਦਾ ਇੰਨਾ ਵੱਡਾ ਕੱਦ ਸੀਗਾ ਪੰਜਾਬ ਦੇ ਵਿੱਚ 2/3 ਮੈਜੋਰਟੀ ਤੋਂ ਵੀ ਵੱਧ ਤੁਹਾਨੂੰ ਲੋਕਾਂ ਨੇ ਹੁੰਗਾਰਾ ਦਿੱਤਾ, ਉਸ ਕੈਪਟਨ ਨੂੰ ਬਦਲਣ ਦੀ ਕਿਉਂ ਜ਼ਰੂਰਤ ਪੈ ਗਈ ਕਿ 3 ਮਹੀਨੇ ਹੋਰ ਨਹੀਂ ਰੱਖ ਸਕਦੇ ਸੀ? ਕਿ ਕਿਤੇ ਨਾ ਕਿਤੇ ਕੋਈ ਹੋਰ ਉਹਨਾਂ ਨੂੰ ਕੋਈ ਗੱਲ ਪਤਾ ਲੱਗੀ ਜਿਸ ਤਰੀਕੇ ਨਾਲ ਕੈਪਟਨ ਸਾਹਿਬ ਨੇ ਕਿਹਾ ਵੀ ਸ਼ਾਇਦ ਮੇਰੀ ਕਾਰਗੁਜ਼ਾਰੀ ਤੇ ਖੁਸ਼ ਨਹੀਂ ਸੀ, ਉਹਨਾਂ ਨੇ ਆਪ ਕਿਹਾ। ਪਰ ਉਹਨਾਂ ਨੇ ਇਹ ਵੀ ਕਿਹਾ ਵੀ 3 ਵਾਰੀ ਜਿਹੜਾ ਹੈ CLP ਦੀ ਮੀਟਿੰਗ ਬੁਲਾਉਣਾ, ਵਿਧਾਇਕਾਂ ਨੂੰ ਬੁਲਾਉਣਾ, ਦਿੱਲੀ ਬੁਲਾਉਣਾ, ਇਹ ਵੀ ਮੈਨੂੰ ਜਿਹੜਾ ਹੈ ਮੇਰੇ ਮਨ ਨੂੰ ਜਿਹੜੀ ਠੇਸ ਲੱਗੀ ਆ, ਮੇਰਾ ਇੱਕ ਕਿਸਮ ਦੀ ਉਹ ਕਹਿੰਦੇ ਮੈਂ ਇਨਸਲਟ ਮਹਿਸੂਸ ਕਰਦਾ। ਇਹ ਕਿਉਂ ਐਸੀ ਨੌਬਤ ਪਾ ਗਈ? ਕਿਉਂਕਿ ਇੰਨੇ ਸੀਨੀਅਰ ਜਿਹੜੇ CM ਜਿਨ੍ਹਾਂ ਦੇ ਕਰਕੇ ਸਰਕਾਰ ਮਿਲੀ ਆ ਔਰ ਹੋ ਸਕਦਾ ਹਿੰਦੁਸਤਾਨ ਦੇ ਵਿੱਚ 1-2 ਸਟੇਟਾਂ ਸੀਗੀਆਂ ਤੁਹਾਡੇ ਕੋਲ, ਤੁਸੀਂ ਉਹਨਾਂ ਦੇ ਵੀ ਇਸ ਵੇਲੇ ਜਿਹੜੀ ਹੈ ਪ੍ਰੋਬਲਮ ਕ੍ਰੀਏਟ ਹੋ ਗਈ ਹੈ। ਨਹੀਂ, ਸਵਾਲ ਸਟੇਟਾਂ ਦਾ ਨਹੀਂ ਹੈ, ਬੜਾ ਲੰਬਾ ਸਮਾਂ ਦਿੱਤਾ ਹਾਈ ਕਮਾਂਡ ਨੇ ਔਰ ਇੱਥੋਂ ਡਿਫਰੈਂਟ MLAs ਦੇ ਗਰੁੱਪ ਉੱਥੇ ਹਾਈ ਕਮਾਂਡ ਕੋਲ ਜਾਂਦੇ ਰਹੇ ਔਰ ਹਾਈ ਕਮਾਂਡ ਨੂੰ ਉਹਨਾਂ ਨੇ ਰਿਕੁਐਸਟ ਕੀਤੀ ਵੀ ਹੁਣ ਸਾਡਾ ਇਹਨਾਂ ਲਈ ਚੱਲਣਾ, ਇਹਨਾਂ ਦੇ ਨਾਲ ਚੱਲਣਾ ਔਖਾ ਹੋ ਗਿਆ ਕਿਉਂਕਿ ਉਹਨਾਂ ਦਾ ਜਿਹੜਾ ਇੱਕ ਤਾਨਾਸ਼ਾਹੀ ਪੂਰਨ ਰਵੱਈਆ ਉਹਦੇ ਵਿੱਚ ਕਿਤੇ ਵੀ ਫਰਕ ਨਹੀਂ ਪੈ ਰਿਹਾ। ਇਸ ਕਰਕੇ ਜਦੋਂ ਬਾਰ-ਬਾਰ ਇਸੇ ਕਰਕੇ ਉਹਨਾਂ ਨੇ ਬਾਰ-ਬਾਰ ਹਰੀਸ਼ ਰਾਵਤ ਜੀ ਨੂੰ ਫਿਰ 3 ਮੈਂਬਰੀ ਇੱਕ ਹਾਈ ਲੈਵਲ ਦੀ ਕਮੇਟੀ ਬਣੀ ਜਿਹਦੇ ਵਿੱਚ ਸੈਂਟਰ ਦੇ ਬੜੇ ਵੱਡੇ ਲੀਡਰ, ਜਿਨ੍ਹਾਂ ਵਿੱਚ ਸਾਬਕਾ ਲੋਕ ਸਭਾ ਦੇ ਲੀਡਰ ਸਨ, ਲੀਡਰ ਆਪੋਜੀਸ਼ਨ, ਉਹਨਾਂ ਨੂੰ ਮਿਸਟਰ ਜੈ ਪ੍ਰਕਾਸ਼ ਸੀਗੇ MP ਦਿੱਲੀ ਦੇ, ਉਹਨਾਂ ਨੂੰ ਪਾਇਆ, ਹਰੀਸ਼ ਰਾਵਤ ਜੀ ਨੂੰ, ਤਿੰਨਾਂ ਨੂੰ ਇਕੱਠਿਆਂ ਨੂੰ ਭੇਜਿਆ ਵੀ ਚਲੋ ਇਹਨਾਂ ਦੇ ਜਾ ਕੇ ਡਿਫਰੈਂਸਿਸ ਜਿਹੜੇ ਆ ਉਹ ਦੂਰ ਕੀਤੇ ਜਾਣ। ਪਰ ਦੋਨੋਂ ਅਸੀਂ ਚਰਚਾ ਕਰ ਰਹੇ ਸੀ ਵਿਨੋਦ ਭਾਰਤੀ ਜੀ ਨਾਲ। ਭਾਰਤੀ ਜੀ, ਹਾਂਜੀ, ਕੀ ਕਹਿਣਾ ਚਾਹੋਗੇ? ਕਿਉਂਕਿ ਤੁਸੀਂ ਦੇਖ ਚੁੱਕੇ ਹੋ ਇਸ ਵੇਲੇ ਬਹੁਤ ਉਤਸ਼ਾਹ ਵੀ ਹੈ ਲੋਕਾਂ ਦੇ ਵਿੱਚ, ਕਿਉਂਕਿ ਲੋਕ ਜਾਣਨਾ ਚਾਹੁੰਦੇ ਸੀ ਵੀ ਜਦੋਂ ਤੱਕ ਪੰਜਾਬ ਸਰਕਾਰ ਜਦੋਂ ਬਣੀ ਸੀ ਬਹੁਤ ਵੱਡੇ ਵਾਅਦੇ ਕੀਤੇ ਸੀ, ਬੇਅਦਬੀ ਦੇ ਬੰਦਿਆਂ ਨੂੰ ਫੜਨਾ, ਦੋਸ਼ੀਆਂ ਨੂੰ ਫੜਨਾ, ਕੋਟਕਪੂਰਾ ਕਾਂਡ ਦਾ ਕੋਈ ਹੱਲ ਨਹੀਂ ਨਿਕਲਿਆ, ਹੋਰ ਵੀ ਬੇਰੁਜ਼ਗਾਰੀ ਸੀ, ਨਸ਼ਿਆਂ ਨੂੰ ਕਹਿੰਦੇ ਸੀ ਠੱਲ ਪਾਣੀ ਹੈ, ਬੜੇ ਮੁੱਦੇ ਸੀਗੇ ਕਾਂਗਰਸ ਕੋਲ। ਲੇਕਿਨ ਕੀ ਇਹ ਮੁੱਦਿਆਂ ਨੂੰ ਭੜਕਾਉਣ ਵਾਸਤੇ, ਲੋਕਾਂ ਦਾ ਧਿਆਨ ਹੋਰ ਪਾਸੇ ਲਾਉਣ ਵਾਸਤੇ ਇਹ ਸਾਰਾ ਕੁਝ ਜਿਹੜਾ ਡਰਾਮਾ ਹੋਇਆ, ਨਵਾਂ ਚੀਫ ਮਿਨਿਸਟਰ ਬਣਾਇਆ ਤਾਂ ਇਸ ਕਰਕੇ ਕੀਤਾ ਗਿਆ? ਨਹੀਂ, ਐਸੀ ਕੋਈ ਗੱਲ ਨਹੀਂ ਹੈ। ਹਰ ਮੁੱਦੇ ਦਾ ਹੱਲ ਹੁੰਦਾ ਹੈ ਔਰ
ਇਹ ਉਦੋਂ ਹੀ ਹੁੰਦਾ ਹੈ ਜਦੋਂ ਪੀਸਫੁਲ ਐਟਮੋਸਫੀਅਰ ਹੋਵੇ, ਕਿਉਂਕਿ ਬਹੁਤ ਦੇਰ ਤੋਂ ਇਹ ਗੱਲ ਚੱਲ ਰਹੀ ਸੀ ਕਿ ਕੁਝ ਗੱਲਾਂ ਉਹ ਮਨਾਉਣੀਆਂ ਚਾਹੁੰਦੇ ਸੀ, ਕੁਝ ਉਧਰ ਮਨਾਉਣੀਆਂ ਚਾਹੁੰਦੇ ਸੀ, ਪਰ ਦੋਨੋਂ ਤਰ੍ਹਾਂ ਇੱਕ ਦੂਜੇ ਨੂੰ ਮਨਾਉਣ ਵਿੱਚ ਕਾਮਯਾਬ ਨਾ ਹੋਣ ਕਰਕੇ ਇਸ ਨੌਬਤ ਤੱਕ ਆਏ ਕਿ ਸਾਨੂੰ ਚੀਫ ਮਿਨਿਸਟਰ ਜਿਹੜਾ ਹੈ ਉਹ ਕਾਂਗਰਸ ਪਾਰਟੀ ਦੀ ਹਾਈ ਕਮਾਨ ਨੂੰ ਚੀਫ ਮਿਨਿਸਟਰ ਬਦਲਣਾ ਪਿਆ। ਔਰ ਮੈਂ ਇਹ ਮਹਿਸੂਸ ਕਰਦਾ ਕਿ ਅੱਜ ਜੋ ਬੈਲੈਂਸਡ ਕੈਬਨਿਟ ਬਣਨ ਜਾ ਰਹੀ ਹੈ ਉਹਦੇ ਨਾਲ ਜਿਹੜਾ ਪਿਛਲਾ ਕਾਟੋ ਕਲੇਸ਼ ਸੀ ਉਹ ਸਾਰਾ ਖਤਮ ਹੋ ਗਿਆ ਔਰ ਨਵੇਂ ਸਿਰੇ ਤੋਂ ਨਵੀਂ ਸਵੇਰ ਔਰ ਨਵਾਂ ਕੰਮ ਸ਼ੁਰੂ ਹੋਏਗਾ। ਮੈਨੂੰ ਇਹ ਲੱਗਦਾ ਹੈ ਕਿ ਸਾਰਾ ਕੰਮ ਜਿਹੜਾ ਪ੍ਰੋਬਲਮਸ ਦੀ ਸੋਲੂਸ਼ਨ ਲਈ ਸ਼ੁਰੂ ਹੋ ਚੁੱਕਿਆ ਹੋਇਆ, ਉਹ ਕੁਝ ਦੇਰ ਲਈ ਇਸ ਕਰਕੇ ਰੁਕਿਆ ਸੀ, ਹੁਣ ਅੱਗੋਂ ਇਹ ਪੂਰੇ ਜ਼ੋਰ ਨਾਲ ਚੱਲੇਗਾ ਕਿਉਂਕਿ ਟਾਈਮ ਥੋੜ੍ਹਾ, ਕੰਮ ਜ਼ਿਆਦਾ। ਨਵੀਂ ਸਵੇਰ ਦੀ ਨਵੀਂ ਕੈਬਨਿਟ ਬਣ ਜਾ ਰਹੀ ਹੈ, ਕੀ ਤੁਸੀਂ ਸਮਝਦੇ ਹੋ ਵੀ ਜਿਹੜੇ ਕੈਪਟਨ ਨੇ ਕੈਬਨਿਟ ਬਣਾਈ ਸੀ ਉਹੀ ਚਿਹਰੇ ਰਹਿਣਗੇ ਕਿ ਜਾਂ ਨਵੇਂ ਚਿਹਰੇ ਆਣਗੇ? ਨਹੀਂ, ਇਹ ਚੀਫ ਮਿਨਿਸਟਰ ਦਾ ਪ੍ਰੈਰੋਗੇਟਿਵ ਰਾਈਟ ਹੈ ਕਿ ਉਹਨੇ ਕਿਹਨਾਂ ਨੂੰ ਨਾਲ ਲੈਣਾ, ਕਿਹਨਾਂ ਨੂੰ ਛੱਡਣਾ, ਕਿਉਂਕਿ ਉਹਨਾਂ ਨੇ ਇਹ ਦੇਖਣਾ ਕਿ ਕਿਹੜਾ ਕੰਮ ਕਿਹੜਾ ਬੰਦਾ ਚੰਗੇ ਢੰਗ ਨਾਲ ਕਰ ਸਕਦਾ, ਉਸ ਬੰਦੇ ਨੂੰ ਉਹਨਾਂ ਨੇ ਆਪਣੀ ਮਿਨਿਸਟਰੀ 'ਚ ਅਕੋਮੋਡੇਟ ਕਰਨਾ। ਦੇਖੋ ਜਿਹੜੇ ਤੁਹਾਡੇ 77 ਐਮਐਲਏ ਬਣੇ, 80 ਆ, ਹੁਣ 3 ਹੋਰ ਵੀ ਆ ਗਏ ਆ, 83 ਹੋ ਗਏ ਆ, ਕਿ ਆਪਣੇ ਚਹੇਤਿਆਂ ਨੂੰ ਜਿਸ ਤਰੀਕੇ ਨਾਲ ਕੈਪਟਨ ਸਾਹਿਬ ਨੇ ਦੇਖਿਆ ਸੀਗਾ ਵੀ ਆਪਣੀ ਕੈਬਨਿਟ ਬਣਾਈ ਆ ਔਰ ਉਹਨਾਂ ਦੇ ਜਿਹੜੇ ਚਹੇਤੇ ਉਹਨਾਂ ਦੇ ਨਾਲ ਸੀਗੇ, ਕਿ ਹੁਣ ਸਿੱਧੂ ਦੇ ਚਹੇਤੇ, ਚੰਨੀ ਦੇ ਚਹੇਤੇ ਹੀ ਅੱਗੇ ਕੈਬਨਿਟ ਵਿੱਚ ਆਣਗੇ? ਨਹੀਂ, ਇੱਥੇ ਕਿਉਂਕਿ ਇਹ ਐਗਜ਼ਾਮਪਲ ਇਹ ਸੈੱਟ ਹੋਈ ਕਿ ਰਾਤੋਂ ਰਾਤ ਦੇ ਵਿੱਚ 2 ਬੰਦਿਆਂ ਦੇ ਨਾਂ ਚੇਂਜ ਹੋ ਗਏ। ਪਹਿਲੇ ਭਾਰਤ ਭੂਸ਼ਣ ਆਸ਼ੂ ਮੁੱਖ ਮੰਤਰੀ ਦੇ ਦਾਅਵੇਦਾਰ ਦੀ ਨਾਂ ਜਾ ਰਿਹਾ ਸੀਗਾ, ਮੀਡੀਆ ਦੇ ਵਿੱਚ ਨਾਂ ਆ ਰਿਹਾ ਸੀ, ਫਿਰ ਰਾਤ ਤੱਕ ਬ੍ਰਹਮਿੰਦਰਾ ਦਾ ਨਾਂ ਆ ਰਿਹਾ ਸੀ ਹਿੰਦੂ ਚਿਹਰੇ ਦੇ ਵੱਲ, ਔਰ ਹੁਣੇ ਸਹੁੰ ਚੁੱਕ ਸਮਾਗਮ 'ਚ ਹੁਣੇ ਫਿਰ ਚੇਂਜ ਕੀਤਾ ਗਿਆ। ਇਹਦਾ ਮਤਲਬ ਕਿਤੇ ਨਾ ਕਿਤੇ ਤਾਂ ਕਾਂਗਰਸ ਦੇ ਵਿੱਚ ਸਹੀ ਨਹੀਂ ਚੱਲ ਰਿਹਾ। ਤੁਸੀਂ ਗੱਲ ਐਡਮਿਟ ਕਰਦੇ ਹੋ? ਨਹੀਂ, ਇਸ ਤਰ੍ਹਾਂ ਹੈ, ਮੈਨੂੰ ਜੋ ਲੱਗਦਾ ਹੈ ਕਿ ਇਹ ਸਾਰਾ ਫੈਸਲਾ ਹਾਈ ਕਮਾਨ ਨੇ ਕੀਤਾ ਔਰ ਹਾਈ ਕਮਾਨ ਨੇ ਇਹ ਫੈਸਲਾ ਸ਼ਾਇਦ, ਜੋ ਮੈਨੂੰ ਲੱਗਦਾ ਹੈ ਬ੍ਰਹਮਿੰਦਰਾ ਜੀ ਲਗਭਗ ਫਾਈਨਲ ਸੀਗੇ, ਉਹ ਸ਼ਾਇਦ ਉਹਨਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਜਿਹੜਾ ਓਪੀ ਸੋਨੀ ਜੀ ਨੂੰ ਲਿਆਂਦਾ ਗਿਆ। ਬ੍ਰਹਮਿੰਦਰਾ ਜੀ ਸੀਨੀਅਰ ਮੋਸਟ ਲੀਡਰ ਹੈ, ਉਹਨਾਂ ਦੀ ਗਾਈਡੈਂਸ ਬੜੀ ਜ਼ਰੂਰੀ ਹੈ ਔਰ ਉਹਨਾਂ ਨੂੰ ਕੋਈ ਹੋਰ ਇੰਪੋਰਟੈਂਟ ਡਿਊਟੀ ਦਿੱਤੀ ਜਾਏਗੀ ਜੋ ਮੈਂ ਮਹਿਸੂਸ ਕਰਦਾ। ਚਲੋ ਮੈਂ ਮੰਨ ਲੈਂਦਾ ਤੁਹਾਡੀ ਗੱਲ, ਉਹਨਾਂ ਦੀ ਸਿਹਤ ਠੀਕ ਨਹੀਂ, ਪਿੱਛੇ ਉਹਨਾਂ ਨੇ ਓਪਨ ਹਾਰਟ ਸਰਜਰੀ ਦਾ ਆਪਣਾ ਆਪਰੇਸ਼ਨ ਵੀ ਕਰਾਇਆ ਸੀ, ਲੇਕਿਨ ਅੰਬਿਕਾ ਸੋਨੀ ਨੇ ਵੀ ਇਹੀ ਗੱਲ ਕਹੀ ਵੀ ਮੈਂ ਸੀਐਮ ਨਹੀਂ ਬਣਨਾ ਚਾਹੁੰਦੀ ਕਿਉਂਕਿ ਅੰਬਿਕਾ ਸੋਨੀ ਦਾ ਪਹਿਲਾਂ ਨਾਂ ਆ ਰਿਹਾ ਸੀ, ਕਿ ਇਸ ਕਰਕੇ ਉਹਨਾਂ ਨੇ ਉਧਰੋਂ ਨਾਂ ਚੱਲਿਆ ਹਾਈ ਕਮਾਨ ਤੋਂ ਵੀ ਅੰਬਿਕਾ ਸੋਨੀ ਨਹੀਂ ਤੇ ਓਪੀ ਸੋਨੀ ਨੂੰ ਬਣਾਇਆ ਜਾਏ। ਨਹੀਂ, ਇਹਦੇ ਵਿੱਚ ਕੋਈ ਸੰਬੰਧ ਨਹੀਂ। ਅੰਬਿਕਾ ਸੋਨੀ ਜੀ ਨੇ ਤਾਂ ਇਹ ਕਿਹਾ ਵੀ ਇੱਥੇ ਹੁਣ ਨਾ ਬੜੀ ਮਿਹਨਤ ਦੀ ਜ਼ਰੂਰਤ ਹੈ ਔਰ ਮੇਰੀ ਉਮਰ ਮੈਨੂੰ ਇਸ ਗੱਲ ਦਾ ਇਜਾਜ਼ਤ ਨਹੀਂ ਦਿੰਦੀ, ਇਸ ਕਰਕੇ ਔਰ ਉੱਥੇ ਪੰਜਾਬ ਦੇ ਵਿੱਚ ਸਿੱਖ ਚਿਹਰਾ ਚਾਹੀਦਾ ਔਰ ਉਹਦੇ ਤੋਂ 2 ਕਦਮ ਅੱਗੇ ਵਧਦੇ ਹੋਏ ਰਾਹੁਲ ਗਾਂਧੀ ਜੀ ਨੇ ਸਿੱਖ ਚਿਹਰਾ ਵੀ ਦਿੱਤਾ, ਦਲਿਤ ਚਿਹਰਾ ਵੀ ਦਿੱਤਾ ਔਰ ਉਹ ਦਲਿਤ ਚਿਹਰਾ ਕੋਈ ਅਨਪੜ੍ਹ ਨਹੀਂ, पढ़े लिखे इंसान हैं, LLB हैं, MBA हैं और PhD कर रहे हैं, बड़े अच्छे पढ़े लिखे सियाने सुलझे इंसान हैं। 3 बार MC रहे, 3 बार MLA रहे, फिर लीडर अपोजिशन रहे, फिर मिनिस्टर रहे स्टेट गवर्नमेंट च और अज वो पहलों डिप्टी CM ਲਈ भी उन्हों का नाम बोल रहा सी और फिर जो सारी ओवरहालिंग हुई तो उन्होंने एज चीफ मिनिस्टर अपॉइंट किया गया। ਤੁਸੀਂ ਮੰਨਦੇ ਹੋ ਇੰਨੀ ਕਾਬਲੀਅਤ ਹੈ ਕਿ ਕੋਈ ਪੰਜਾਬ ਦੇ ਵਿੱਚ ਬਹੁਤ ਸਾਰੇ ਮਸਲੇ ਆ ਜਿਹੜੇ ਹੱਲ ਕਰਨ ਵਾਲੇ, ਉਹਨਾਂ 'ਚ ਇੰਨੀ ਕਾਬਲੀਅਤ ਹੈ ਵੀ ਇਸ ਵੇਲੇ ਸਾਰੇ ਮਸਲੇ ਹੱਲ ਕਰ ਸਕਣਗੇ? ਕਿਉਂਕਿ ਮੈਂ ਇਸ ਕਰਕੇ ਸਵਾਲ ਕਰ ਰਿਹਾ, ਕਾਬਲੀਅਤ ਤੇ ਕੋਈ ਸ਼ੱਕ ਨਹੀਂ ਕਰ ਰਿਹਾ, ਲੇਕਿਨ ਸਵਾਲ ਇਸ ਕਰਕੇ ਆ ਵੀ ਬਹੁਤ ਥੋੜਾ ਟਾਈਮ ਰਹਿ ਚੁੱਕਾ ਕਿ ਇੰਨਾ ਥੋੜਾ ਟਾਈਮ ਉਹ ਆਪਣੇ ਸਾਰੇ ਮਸਲੇ, ਖਾਸ ਕਰਕੇ ਦਿੱਲੀ ਤੋਂ ਜਿਹੜੇ 18 ਨਿਕਾਤੀ ਪ੍ਰੋਗਰਾਮ ਦਿੱਤੇ ਗਏ ਨੇ ਉਹਦੇ ਵਿੱਚੋਂ ਇੱਕ ਵੀ ਪ੍ਰੋਗਰਾਮ ਜਿਹੜਾ ਹੈ ਕੈਪਟਨ ਸਾਹਿਬ ਹੱਲ ਨਹੀਂ ਕਰ ਸਕੇ ਸੀ 2 ਮਹੀਨਿਆਂ 'ਚ ਡਰਾਮੇ ਦੇ ਵਿੱਚ। ਲੇਕਿਨ ਹੁਣ ਕੀ ਇਹ ਉਹ ਕੈਪਟਨ ਸਾਹਿਬ ਨੇ ਵੀ ਇਹ ਕਿਹਾ ਜਿਹੜੇ ਪ੍ਰੋਗਰਾਮਸ ਆ ਜਿਹੜੇ ਕੰਮ ਕਰਨ ਵਾਲੇ ਉਹ ਹੱਲ ਕਰ ਲੈਣਗੇ ਚੰਨੀ ਸਾਹਿਬ? देखो, पंजाब की सब तो वड्डी प्रॉब्लम जिथे नशा सी, बेरोज़गारी सी, नशे वाला काम कैप्टन साहब ने अपने हाथ च लिता होया सी और बेरोज़गारी नूं खत्म करन लई चन्नी साहब की ड्यूटी लाई हुई सी और चन्नी साहब ने पंजाब दे विच सैकड़े रोज़गार कैंप लाए और हज़ारां बच्चों नूं नौकरियां दिलवाईयां। जिस कुछ जिथे सरकारां च जरूरत सी, खाली जगह सी, उत्थे वो भरियां और प्राइवेट कंपनियों नूं बाहरों इनवाइट किया और जिहड़े पंजाब दे बच्चे पढ़े लिखे सी उन्हां नूं उन्हां विच एडजस्ट कराया और इत्थों तक कि बच्चों नूं ट्रेनिंग देण लई कि किस तरह इंटरव्यू देण जानी है, किस तरह उत्थे तुसीं अगले उन्हां दी गल दा जवाब देना है, ਉਹਦੇ ਲਈ ਇੱਕ ਪ੍ਰਾਈਵੇਟ ਕੰਪਨੀ ਨੂੰ ਅੰਗੇਜ ਕੀਤਾ ਗਿਆ ਪੰਜਾਬ ਸਰਕਾਰ ਨੇ ਆਪਣੇ ਖਰਚੇ ਤੇ। ਵਿਪਕਸ਼ ਤਾਂ ਮੰਨਦਾ ਨਹੀਂ, ਵਿਪਕਸ਼ ਕਹਿੰਦਾ ਸਿਰਫ ਇਹ ਛੋਟੀ ਛੋਟੀਆਂ ਨੌਕਰੀਆਂ 8-10 ਹਜ਼ਾਰ ਰੁਪਏ 'ਚ ਬੱਚਿਆਂ ਦਾ ਕੀ ਬਣੂਗਾ। ਵਿਪਕਸ਼ ਨਹੀਂ ਮੰਨਦਾ ਜਿਹੜੀਆਂ ਤੁਸੀਂ ਨੌਕਰੀਆਂ ਦਿੱਤੀਆਂ ਪ੍ਰਾਈਵੇਟ ਲੈਵਲ ਤੇ ਦਿੱਤੀਆਂ, ਗਵਰਨਮੈਂਟ ਨੌਕਰੀਆਂ ਦਿੱਤੀਆਂ ਆਪਣੇ ਚਹੇਤਿਆਂ ਨੂੰ ਜਾਂ ਆਪਣੇ ਮੰਤਰੀਆਂ ਦੇ ਪੁੱਤਾਂ ਨੂੰ ਜਾਂ ਆਪਣੇ ਮੰਤਰੀਆਂ ਦੇ ਰਿਸ਼ਤੇਦਾਰਾਂ ਨੂੰ, ਵਿਪਕਸ਼ ਤਾਂ ਤੁਹਾਡੇ ਤੇ ਬਹੁਤ ਜ਼ਬਰਦਸਤ ਤੰਜ ਕੱਸ ਰਿਹਾ।
ਹਜੇ ਤੱਕ ਕਿਸੇ ਮਿਨਿਸਟਰ ਦੇ ਬੇਟੇ ਨੂੰ ਪ੍ਰਪੋਜ਼ ਕੀਤਾ ਸੀ ਫਤਿਹ ਜੰਗ। ਹੁਣ ਪਰਸੋਂ ਵੀ ਜਦੋਂ ਕੈਪਟਨ ਸਾਹਿਬ ਨੇ ਰਿਜ਼ਾਈਨ ਦੇਣ ਤੋਂ ਪਹਿਲਾਂ ਵੀ ਫਿਰ ਇੱਕ ਨੌਕਰੀ ਦਿੱਤੀ ਗਈ ਆ ਮੰਤਰੀ ਦੇ ਚਹੇਤੇ ਨੂੰ ਜੀ। ਨਹੀਂ ਉਹ ਵੀ ਉਹਨਾਂ ਨੇ ਵਿਡਰਾ ਕਰ ਲਈ ਹੈ। ਉਸ ਤੋਂ ਪਹਿਲਾਂ ਵੀ ਫਤਿਹ ਜੰਗ ਬਾਜਵਾ ਜੀ ਦੇ ਬੇਟੇ ਨੇ ਵੀ ਵਿਡਰਾ ਕਰ ਲਈ ਹੈ। ਉਹ ਕਹਿੰਦੇ ਵੀ ਇਹੋ ਜਿਹਾ ਕ੍ਰਿਟੀਸਾਈਜ਼ ਜੇ ਹੁੰਦਾ ਤਾਂ ਸਾਨੂੰ ਉਹ ਨੌਕਰੀ ਨਹੀਂ ਚਾਹੀਦੀ। ਲੇਕਿਨ ਹਰਿਆਣਾ ਦੇ ਪਾਂਡੇ ਸਾਹਿਬ ਮਿਨਿਸਟਰ ਨੇ ਉਹਨਾਂ ਦੇ ਬੇਟੇ ਨੂੰ ਤਹਿਸੀਲਦਾਰ ਦੀ ਨੌਕਰੀ ਦਿੱਤੀ ਗਈ, ਉਹਨਾਂ ਨੇ ਵਿਡਰਾ ਕੀਤੀ ਨਹੀਂ। ਮੇਰਾ ਖਿਆਲ ਹੈ ਜੋ ਵੀ ਪੈਂਡਿੰਗ ਹੀ ਹੈ, ਮੇਰਾ ਖਿਆਲ ਹੈ ਦੈਟ ਇਜ਼ ਚਲੋ ਮੈਂ ਲਾਸਟ ਕੁਐਸਚਨ, ਸਮਾਂ ਸਾਡੇ ਕੋਲ ਘੱਟ ਹੈ, ਲਾਸਟ ਕੁਐਸਚਨ ਇਹ ਆ ਵੀ ਕੀ ਹੁਣ ਵਾਕਈ ਆਉਣ ਵਾਲੇ ਸਮੇਂ ਦੇ ਵਿੱਚ, ਅੱਜ ਨਵਾਂ ਤਾਂ ਇਤਿਹਾਸ ਲਿਖ ਦਿੱਤਾ ਤੁਸੀਂ, ਨਵਾਂ ਚੀਫ ਮਿਨਿਸਟਰ ਬਣ ਚੁੱਕਾ, ਆਉਣ ਵਾਲੇ ਸਮੇਂ ਦੇ ਵਿੱਚ ਕੀ 3 ਮਹੀਨਿਆਂ ਦੇ ਵਿੱਚ ਕਾਂਗਰਸ ਦੁਬਾਰਾ ਇਕੱਠੀ ਹੋ ਸਕਦੀ ਆ? ਕਿਉਂਕਿ ਇਹ ਤਾਂ ਡਿਸਾਈਡਡ ਆ ਵੀ ਕਾਂਗਰਸ 2 ਫਾੜ ਹੋ ਚੁੱਕੀ ਹੈ। ਕਾਂਗਰਸ ਇਕੱਠੀ ਹੋ ਨਹੀਂ ਸਕਦੀ, ਕਾਂਗਰਸ ਇਕੱਠੀ ਹੋ ਚੁੱਕੀ ਹੈ, ਪਹਿਲਾਂ ਵੀ ਇਕੱਠੀ ਸੀਗੀ। ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ, ਵਿਚਾਰਾਂ ਦਾ ਫਰਕ ਹੁੰਦਾ, ਇਹ ਡਿਫਰੈਂਸ ਆਫ ਓਪੀਨੀਅਨ ਹੈ, ਨਾ ਕਿ ਕੋਈ ਪਾਰਟੀਬਾਜ਼ੀ ਹੈ। ਇਸ ਲਈ ਮੈਂ ਇਹ ਤੁਹਾਨੂੰ ਵਿਸ਼ਵਾਸ ਦਿਵਾਨਾ ਕਿ ਕਾਂਗਰਸ ਪਹਿਲਾਂ ਵੀ ਇਕੱਠੀ ਸੀ, ਕਾਂਗਰਸ ਅੱਜ ਵੀ ਇਕੱਠੀ ਹੈ। ਕਾਂਗਰਸ ਪਿੱਛੇ ਨਾਲੋਂ ਹੋਰ ਤਾਕਤਵਰ ਹੋ ਕੇ ਜਿਹੜੇ ਚੈਲੰਜ ਹੈ ਉਹਨਾਂ ਦਾ ਮੁਕਾਬਲਾ ਕਰੇਗੀ ਔਰ ਆਉਣ ਵਾਲੀ ਜਿਹੜੀ 2022 ਚ ਸਰਕਾਰ ਹੈ ਉਹ ਕਾਂਗਰਸ ਫਿਰ ਰਿਪੀਟ ਕਰੇਗੀ। ਤੁਸੀਂ ਕੀ ਕਹਿਣਾ ਚਾਹੋਗੇ? ਵਾਕਈ 2022 ਦੇ ਵਿੱਚ ਜਿਸ ਤਰੀਕੇ ਨਾਲ ਭਾਰਤੀ ਜੀ ਨੇ ਕਿਹਾ ਕਾਂਗਰਸ ਤੋਂ ਦੁਬਾਰਾ ਮੋਰਚਾ ਮਾਰ ਸਕਦੀ ਹੈ? ਬਿਲਕੁਲ ਕਾਂਗਰਸ ਦੀ ਸਰਕਾਰ ਬਣੇਗੀ 2022 ਚ। ਕਿੱਦਾਂ ਬਣੇਗੀ? ਕਿਉਂਕਿ ਵਿਰੋਧੀ ਧਿਰ ਤਾਂ ਕੰਜ ਕੱਸ ਰਿਹਾ, ਕਿਉਂਕਿ ਤੁਹਾਨੂੰ ਤੁਹਾਡੀ ਪਾਰਟੀ ਨੇ ਸੀਐਮ ਤੱਕ ਬਦਲ ਦਿੱਤਾ ਕਾਰਗੁਜ਼ਾਰੀ ਨੂੰ ਲੈ ਕੇ। ਵਿਰੋਧੀਆਂ ਦਾ ਕੰਮ ਹੈ ਇਹ ਕਹਿਣਾ। ਵਿਰੋਧੀ ਵੀ ਤਾਂ ਦਲਿਤ ਸੀਐਮ ਬਣਾਉਂਦੇ ਸੀ, ਪਹਿਲਾਂ ਹੀ ਬਣਾਤਾ ਉਹਨਾਂ ਨੇ, ਡਿਪਟੀ ਸੀਐਮ ਬਣਾਇਆ ਸੀ, ਸੀਐਮ ਬਣਾਤਾ, ਤੇ ਉਹਨਾਂ ਦਾ ਅਸੀਂ ਮੁੱਦਾ ਖੋਲ੍ਹਿਆ, ਉਹਨਾਂ ਚੀਕਾਂ ਮਾਰਨੀ ਹੈ। ਸਰਕਾਰ ਸਾਡੀ ਹੀ ਬਣੇਗੀ 2022। ਦਲਿਤ ਮੁੱਦਾ ਤੁਸੀਂ ਉਹਨਾਂ ਦਾ ਖੋਲਿਆ, ਲੇਕਿਨ ਕੀ ਦਲਿਤ ਬਾਕੀ ਪਾਰਟੀਆਂ 'ਚ ਨਹੀਂ ਆ? ਕੀ ਦਲਿਤ ਸ਼੍ਰੋਮਣੀ ਅਕਾਲੀ ਦਲ 'ਚ ਨਹੀਂ ਆ? ਬੀਜੇਪੀ 'ਚ ਨਹੀਂ ਆ? ਕੀ ਦਲਿਤ ਆਮ ਆਦਮੀ ਪਾਰਟੀ 'ਚ ਨਹੀਂ ਆ? ਉਹਨਾਂ ਨੇ ਦਲਿਤ ਚਿਹਰਾ ਤਾਂ ਆਪਣਾ ਓਪੋਜੀਸ਼ਨ ਦਾ ਚਰਨਜੀਤ ਸਿੰਘ ਆਪਣਾ ਚੀਮੇ ਨੂੰ ਬਣਾਇਆ ਹੋਇਆ, ਇਸ ਕਰਕੇ ਉਹ ਕਹਿੰਦੇ ਦਲਿਤ ਤਾਂ ਅਸੀਂ ਵੀ ਬਣਾਏ ਹੋਏ ਨੇ। ਕੀ ਦਲਿਤ ਤੁਸੀਂ ਦੇ ਕੇ ਬਾਕੀ ਸਾਰੇ ਦਲਿਤਾਂ ਨੂੰ ਆਪਣੇ ਨਾਲ ਜੋੜ ਲਓਗੇ? ਅਸੀਂ ਧਰਮ ਤੇ ਜਾਤ ਪਾਤ ਖਤਮ ਕਰਦੀ। ਅਸੀਂ ਇਹ ਦੱਸਿਆ ਕਾਂਗਰਸ ਪਾਰਟੀ ਨੇ ਵੀ ਕਾਂਗਰਸ ਪਾਰਟੀ ਧਰਮ ਤੇ ਜਾਤ ਪਾਤ ਦਾ ਕੋਈ ਸਥਾਨ ਨਹੀਂ। ਆਉਣ ਵਾਲਾ ਜਿਹੜਾ ਸਮਾਂ ਹੈ, ਕਿਉਂਕਿ ਤੁਸੀਂ ਤਾਂ ਪ੍ਰੂਵ ਕਰਤਾ ਵੀ ਅਸੀਂ ਸਥਾਨ ਦਿੰਦੇ ਆ ਦਲਿਤਾਂ ਨੂੰ ਸਥਾਨ ਦੇ ਦਿੱਤਾ, ਕਿ ਵਾਕਈ ਆਉਣ ਵਾਲੇ ਸਮੇਂ ਦੇ ਵਿੱਚ ਇਹ ਚਿਹਰਾ ਜਿਹੜਾ ਹੈ ਇਹਦੇ ਨਾਲ ਕਾਂਗਰਸ ਨੂੰ ਫਾਇਦਾ ਹੋਏਗਾ? ਬਿਲਕੁਲ ਹੋਏਗਾ। ਪਹਿਲਾਂ ਵੀ ਦਲਿਤ ਦੇ ਸਰਕਾਰ ਬਣਦੀ ਹੈ ਸਾਡੀ, ਦਲਿਤ ਹੀ ਮਦਦ ਕਰਦੇ ਕਾਂਗਰਸ ਪਾਰਟੀ ਦੀ। ਸਭ ਤੋਂ ਜ਼ਿਆਦਾ ਦਲਿਤ ਕਾਂਗਰਸ ਪਾਰਟੀ 'ਚ ਹੀ ਨੇ, ਤੇ ਕਾਂਗਰਸ ਦੀ ਸਰਕਾਰ ਵੀ ਇਸੇ ਕਰਕੇ ਬਣੇਗੀ। ਕੈਪਟਨ ਸਾਹਿਬ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਹੁਣ ਕੈਪਟਨ ਸਾਹਿਬ ਤਾਂ ਕਹਿੰਦੇ ਸੀ ਅਗਰ ਸਿੱਧੂ ਨੂੰ ਬੁਲਾਇਆ ਗਿਆ ਤਾਂ ਮੈਂ ਬਿਲਕੁਲ ਵਿਰੋਧ ਕਰੂੰਗਾ ਔਰ ਆਉਣ ਵਾਲਾ ਸਮਾਂ ਦੱਸੂਗਾ, ਕਿਉਂਕਿ ਮੈਂ ਆਪਣੇ ਸਾਰੇ ਸਾਥੀਆਂ ਨੂੰ ਪੁੱਛ ਕੇ ਅਗਲੀ ਰਾਜਨੀਤੀ ਜਿਹੜੀ ਆ ਤੈਅ ਕਰੂੰਗਾ। ਕਿ ਸਮਝਦੇ ਹੋ ਵੀ ਵਾਕਈ ਜਿਹੜੇ ਉਹਨਾਂ ਦੇ ਗੁੱਟ ਦੇ ਬੰਦੇ ਨਹੀਂ ਲੈ ਗਏ, ਕਿਉਂਕਿ ਚੰਨੀ ਵੀ ਉਹਨਾਂ ਨਾਲ ਹਮੇਸ਼ਾ ਆਪੋਜੀਸ਼ਨ 'ਚ ਸੀਗੇ, ਉਹਨਾਂ ਤੇ ਤੰਜ ਕੱਸਦੇ ਰਹੇ, ਤੇ ਹੁਣ ਵੀ ਜਿਹੜੇ ਚਿਹਰੇ ਬਣਾਏਗੇ, ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਜਿਹੜੇ ਕਹਿ ਸਕਦੇ ਆ, ਉਹ ਵੀ ਡਿਪਟੀ ਚੀਫ ਮਿਨਿਸਟਰ ਬਣੇ ਨੇ, ਓਪੀ ਸੋਨੀ ਵੀ ਡਿਪਟੀ ਚੀਫ ਮਿਨਿਸਟਰ ਬਣੇ, ਸਾਰੇ ਦੇ ਸਾਰੇ ਜਿਹੜੇ ਸਿੱਧੂ ਖੇਮੇ 'ਚੋਂ ਬਣੇ ਨੇ, ਕੈਪਟਨ ਸਾਹਿਬ ਦੇ ਖੇਮੇ ਦੇ ਵਿੱਚੋਂ ਕੋਈ ਨਹੀਂ ਬਣਿਆ। ਕੀ ਕਹਿਣਾ ਚਾਹੋਗੇ? ਅਜੇ ਕੈਬਨਿਟ ਬਣੇਗੀ, ਮੰਤਰੀ ਬਣਨਗੇ, ਬਹੁਤ ਕੁਝ ਅਜੇ ਹੈ ਬਣਨ ਲਈ। ਤੇ ਕੈਪਟਨ ਸਾਹਿਬ ਇੱਕ ਬਹੁਤ ਹੀ ਸਿਆਣੇ ਤੇ ਸੁਲਝੇ ਹੋਏ ਲੀਡਰ ਨੇ, ਉਹ ਕਦੇ ਵੀ ਪਾਰਟੀ ਛੱਡਣ ਦੀ ਗਲਤੀ ਨਹੀਂ ਕਰਨਗੇ ਤੇ ਹਮੇਸ਼ਾ ਉਹ ਹਾਈ ਕਮਾਂਡ ਦੀ ਗੱਲ ਮੰਨਣਗੇ। ਤੇ ਕਾਂਗਰਸ ਦੇ ਵਿੱਚ ਹਮੇਸ਼ਾ ਹੀ ਹਾਈ ਕਮਾਂਡ ਸੁਪਰੀਮ ਹੈ, ਉਹਦੀ ਗੱਲ ਹੀ ਮੰਨੀ ਜਾਂਦੀ ਹੈ। ਹੁਣੇ ਇਹ ਖਬਰ ਮਿਲੀ ਹੈ ਵੀ ਆਪਣੇ ਚਰਨਜੀਤ ਸਿੰਘ ਚੰਨੀ ਆਪਣੇ ਕੈਪਟਨ ਸਾਹਿਬ ਨਾਲ ਮੀਟਿੰਗ ਕਰਨਗੇ। ਤੁਸੀਂ ਦੇਖਦੇ ਹੋਣੇ ਹੋ ਵੀ ਉਹਨਾਂ ਨੇ ਮੀਟਿੰਗ ਕੀਤੀ ਹੈ। ਮੀਟਿੰਗ ਦਾ ਮਕਸਦ ਕੀ ਆ? ਕੀ ਉਹਨਾਂ ਨੂੰ ਆਪਣੇ ਗੁੱਟ 'ਚ ਦੁਬਾਰਾ ਸ਼ਾਮਲ ਕਰਨਾ ਚਾਹੀਦਾ, ਆਸ਼ੀਰਵਾਦ ਲੈਣਾ ਚਾਹਾਂਗੇ, ਕੀ ਕਹਿੰਦੇ ਚਾਹਾਂਗੇ? ਦੇਖੋ ਜਿਹੜਾ ਚੀਫ ਮਿਨਿਸਟਰ ਹੈ ਉਹ ਹਮੇਸ਼ਾ ਹੀ ਬੜਾ ਹੀ ਧੁੰਮਲ ਸੁਭਾਅ ਦਾ ਜਿਹੜਾ ਹੋਵੇ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੁਵਤ ਰੱਖਦਾ ਹੋਵੇ, ਉਹ ਹਮੇਸ਼ਾ ਹੀ ਸਕਸੈਸਫੁਲ ਚੀਫ ਮਿਨਿਸਟਰ ਹੁੰਦਾ। ਇਸ ਕਰਕੇ ਉਹਨਾਂ ਨੇ ਆਪਣਾ ਫਰਜ਼ ਸਮਝਿਆ। ਚੰਨੀ ਜੀ ਕੈਪਟਨ ਸਾਹਿਬ ਕੋਲ ਗਏ ਕਿਉਂਕਿ ਉਹ ਬਜ਼ੁਰਗ ਵੀ ਨੇ, ਉਹਨਾਂ ਦਾ ਆਸ਼ੀਰਵਾਦ ਵੀ ਲੈਣਾ ਸੀ। ਅੱਜ ਸਹੁੰ ਚੁੱਕ ਸਮਾਗਮ ਸੀ ਔਰ ਉਹਨਾਂ ਨੂੰ ਇਨਵਾਈਟ ਕਰਨਾ ਸੀ, ਉਹਨਾਂ ਨੇ ਉਹ ਇਨਵਾਈਟ ਕਰਕੇ ਆਏ। ਕਿਉਂਕਿ ਅਕਸਰ ਤੁਸੀਂ ਦੇਖਿਆ ਹੀ ਹੋਵੇਗਾ ਪਿਛਲੇ 4.5 ਸਾਲ 'ਚ ਕਦੀ ਵੀ ਕੈਪਟਨ ਸਾਹਿਬ ਬਹੁਤ ਘੱਟ ਇਵੈਂਟਸ ਦੇ ਵਿੱਚ ਪਹੁੰਚੇ ਆ, ਤੇ ਉਹ ਇੱਥੇ ਵੀ ਨਹੀਂ ਪਹੁੰਚੇ। ਇਸ ਕਰਕੇ ਇਹ ਕੋਈ ਨਵੀਂ ਗੱਲ ਨਹੀਂ ਹੈ। ਨਹੀਂ, ਇਹ ਬਹੁਤ ਵੱਡੀ ਗੱਲ ਹੈ। ਤੁਸੀਂ ਕਹਿੰਦੇ ਨਵੀਂ ਗੱਲ ਨਹੀਂ ਹੈ, ਬਹੁਤ ਵੱਡੀ ਗੱਲ। ਅਗਰ ਕੈਪਟਨ ਸਾਹਿਬ ਇੱਥੇ ਆ ਜਾਂਦੇ ਤੇ ਕਾਂਗਰਸ ਵਾਸਤੇ ਵਧੀਆ ਹੋਣਾ ਸੀ ਔਰ ਲੋਕਾਂ ਨੂੰ ਜਿਹੜਾ ਸੁਨੇਹਾ ਜਾਣਾ ਸੀ ਵੀ ਕਾਂਗਰਸ ਵਿੱਚ ਸਭ ਕੁਝ ਠੀਕ ਠਾਕ ਆ। ਕੈਪਟਨ ਸਾਹਿਬ ਨੇ ਰਿਜ਼ਾਈਨ ਦਿੱਤਾ, ਕੋਈ ਗੱਲ ਨਹੀਂ, ਕੈਪਟਨ ਸਾਹਿਬ ਨਵੇਂ ਚੀਫ ਮਿਨਿਸਟਰ ਦੇ ਨਾਲ ਹੈ। ਲੇਕਿਨ ਇੱਥੋਂ ਪਤਾ ਲੱਗਦਾ ਵੀ ਕੈਪਟਨ ਸਾਹਿਬ ਨਵੇਂ ਚੀਫ ਮਿਨਿਸਟਰ ਦੇ ਨਾਲ ਨਹੀਂ ਆ, ਕਿਉਂਕਿ ਉਹਨਾਂ ਨੇ ਫਾਰਮੈਲਿਟੀ ਲਈ ਕਿਹਾ ਸੀ। ਮੇਰੀਆਂ ਵਧਾਈਆਂ ਚਰਨਜੀਤ ਸਿੰਘ ਚੰਨੀ ਨੂੰ। ਦੇਖੋ ਗੱਲ ਇਹ ਹੈ ਵੀ ਕੈਪਟਨ ਸਾਹਿਬ ਨੇ ਉਹਨਾਂ ਨੂੰ ਆਸ਼ੀਰਵਾਦ ਵੀ ਦਿੱਤਾ, ਉਹਨਾਂ ਨੂੰ ਵਧਾਈ ਵੀ ਦਿੱਤੀ ਔਰ ਉਹਨਾਂ ਤੋਂ ਇਹ ਆਸ ਵੀ ਕੀਤੀ ਕਿ ਪੰਜਾਬ ਦੀ ਸੁਰੱਖਿਆ ਲਈ ਤੁਸੀਂ ਕੰਮ ਕਰੋਗੇ। ਔਰ ਜੇ ਉਹ ਨਹੀਂ ਆਏ, ਹੋ ਸਕਦਾ ਉਹਨਾਂ ਦੀ ਕੋਈ ਆਪਣੀ
ਅੰਗੇਜਮੈਂਟਸ ਹੋਣ ਜਾਂ ਆਪਣਾ ਕੋਈ ਤੋਂ ਵੱਡੀ ਇੰਗੇਜਮੈਂਟ ਹੋ ਨਹੀਂ ਸਕਦੀ। ਪੰਜਾਬ ਦਾ ਚੀਫ ਮਿਨਿਸਟਰ ਬਣਿਆ, ਕਿਉਂਕਿ ਅੱਜ ਉਹ ਚੀਫ ਮਿਨਿਸਟਰ ਨਹੀਂ ਹੈਗੇ। ਅੱਜ ਕਾਰਜਕਾਰੀ ਚੀਫ ਮਿਨਿਸਟਰ ਜਦ ਤੱਕ ਸਹੁੰ ਨਹੀਂ ਚੱਕੀ ਤਦ ਤੱਕ ਤਾਂ ਉਹ ਚੀਫ ਮਿਨਿਸਟਰ ਸੀਗੇ। ਜਦੋਂ ਚੱਕੀ ਗਈ ਤਾਂ ਦੇਖੋ ਜਦੋਂ ਨਵੇਂ ਬੰਦੇ ਨੇ ਸਹੁੰ ਚੱਕ ਸਮਾਗਮ ਰੱਖ ਲਿਆ ਤਾਂ ਉਹ ਨੈਚੁਰਲ ਬਾਤ ਹੈ, ਪਿਛਲਾ ਜਿਹੜਾ ਉਹ ਐਪੀਸੋਡ ਬੰਦ ਹੋ ਗਿਆ। ਤੁਸੀਂ ਸੁਰੱਖਿਆ ਦੀ ਗੱਲ ਕੀਤੀ, ਉਹਨਾਂ ਨੇ ਬਹੁਤ ਵੱਡਾ ਇਲਜ਼ਾਮ ਨਵਜੋਤ ਸਿੰਘ ਸਿੱਧੂ ਤੇ ਲਾਤਾ ਔਰ ਉਹੀ ਸੁਰੱਖਿਆ ਦੇ ਇਲਜ਼ਾਮਾਂ ਨੂੰ ਲੈ ਕੇ ਅੱਜ ਚਰਨਜੀਤ ਚੰਨੀ ਤੇ ਵੀ ਉਹਨਾਂ ਨੇ ਤੰਜ ਕੱਸਿਆ ਵੀ ਕੀ ਚਰਨਜੀਤ ਚੰਨੀ ਜਿਹੜੇ ਸਾਡੇ ਬਾਰਡਰ ਤੋਂ ਲੋਕ ਨਸ਼ਾ ਲੈ ਕੇ ਆਉਂਦੇ ਨੇ, ਨਸ਼ਾ ਤਸਕਰ ਨੇ, ਪਾਕਿਸਤਾਨ ਤੋਂ ਜਿਹੜੇ ਲੋਕ ਆਤੰਕਵਾਦ ਖਿਲਾਉਂਦੇ ਨੇ ਜਾਂ ਕੋਈ ਟਿਫਨ ਬੰਬ ਹੋਰ ਬੜੀਆਂ ਵਧੀਆਂ ਜਿਹੜੀਆਂ ਅਨਹੋਣੀਆਂ ਘਟਨਾ ਹੋ ਰਹੀਆਂ, ਉਹਨਾਂ ਤੇ ਕੀ ਚਰਨਜੀਤ ਚੰਨੀ ਨੱਥ ਪਾ ਸਕਣਗੇ, ਉਹਨਾਂ ਤੇ ਪੂਰਾ ਉਤਰਨਗੇ? ਦੇਖੋ ਜੇ ਚੀਫ ਮਿਨਿਸਟਰ ਸਾਹਿਬ ਗਏ ਹੈ ਕੈਪਟਨ ਅਮਰਿੰਦਰ ਸਿੰਘ ਜੀ, ਸ਼ਾਇਦ ਉਹਨਾਂ 'ਚ ਇਹ ਵੀ ਇੱਕ ਰੀਜ਼ਨ ਹੋਏ ਕਿ ਉਹ ਨਹੀਂ ਉੱਥੇ ਰੋਕ ਸਕੇ। ਤੇ ਜੇ ਅੱਜ ਇਹਨਾਂ ਨੂੰ ਚੈਲੰਜ ਦਿੱਤਾ, ਉਹਨਾਂ ਨੇ ਕਿਹਾ ਵੀ ਹੈ ਵੀ ਇਸ ਪੰਜਾਬ ਦੀ ਸੁਰੱਖਿਆ ਜਿਹੜੀ ਫਸਟ ਪ੍ਰੈਫਰੈਂਸ ਹੋਣੀ ਚਾਹੀਦੀ ਹੈ, ਤੇ ਇਸ ਕਰਕੇ ਇਹ ਚਰਨਜੀਤ ਚੰਨੀ ਜੀ ਦਾ ਫਸਟ ਇਹ ਡਿਊਟੀ ਹੈ ਪੰਜਾਬ ਨੂੰ ਸੁਰੱਖਿਆ ਦੇਣੀ, ਪੰਜਾਬ 'ਚ ਪੀਸਫੁਲ ਐਟਮੋਸਫੀਅਰ ਦੇਣਾ, ਪੰਜਾਬ ਨੂੰ ਤਰੱਕੀ ਦੀ ਰਾਹ 'ਤੇ ਲੈ ਕੇ ਜਾਣਾ, ਪੰਜਾਬ ਦੀ ਬਹਿਬੂਦੀ ਹਰ ਜਿਹੜਾ ਛੋਟਾ ਤਬਕਾ ਹੈ ਉਹਦੀ ਤਰੱਕੀ ਲਈ ਕੋਈ ਨਾ ਕੋਈ ਨਵੀਆਂ ਪਲੈਨਿੰਗਸ ਦੇਣੀਆਂ। ਇਹ ਪੰਜਾਬ ਦੇ ਚੀਫ ਮਿਨਿਸਟਰ ਦੀ ਕਾਮਯਾਬੀ ਦੀਆਂ ਇੱਕ ਨਵੀਆਂ ਲੀਆਂ ਹੋਣਗੀਆਂ। ਤੁਸੀਂ ਮੰਨਦੇ ਹੋ ਵੀ ਇਹ 3 ਮਹੀਨੇ ਦੇ ਵਿੱਚ ਸਾਰਾ ਕੁਝ ਦੇਖੋ ਇਹ 3 ਮਹੀਨੇ ਨਹੀਂ, ਉਹ ਤਾਂ ਆਲਰੇਡੀ ਪਹਿਲਾਂ ਵੀ ਮਿਨਿਸਟਰ ਸੀਗੇ। ਉਹ ਐਜ਼ ਏ ਮਿਨਿਸਟਰ ਐਜ਼ ਏ ਚੀਫ ਮਿਨਿਸਟਰ 'ਚ ਬਹੁਤ ਫਰਕ ਹੈ, ਕਿਉਂਕਿ ਮੈਂ ਉਹੀ ਦੱਸ ਰਿਹਾ ਤੁਹਾਨੂੰ ਵੀ ਕੋਈ ਨਵਾਂ ਕੰਮ ਨਹੀਂ ਸ਼ੁਰੂ ਕਰਨਾ, ਕੰਮ ਤਾਂ ਆਲਰੇਡੀ ਸ਼ੁਰੂ ਹੋਇਆ, ਉਹਨੂੰ ਸਪੀਡ ਦੇਣੀ ਹੈ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਵਿਨੋਦ ਭਾਰਤੀ ਜੀ ਤੇ ਸਾਡੇ ਨਾਲ ਧਰਮਵੀਰ ਜੀ ਜਿਹੜੇ ਸੀਨੀਅਰ ਪੱਤਰ ਆਪਣੇ ਆਗੂ ਨੇ ਕਾਂਗਰਸ ਦੇ। ਉਹਨਾਂ ਦਾ ਇਹੀ ਕਹਿਣਾ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਹੈ ਉਹ ਖਰੇ ਉਤਰਨਗੇ ਪੰਜਾਬ ਲਈ, ਪੰਜਾਬ ਦੇ ਜਿਹੜੇ ਰੁਕੇ ਹੋਏ ਵਿਕਾਸ ਉਹਨੂੰ ਵੀ ਪੂਰਾ ਕਰਨਗੇ, ਸੁਰੱਖਿਆ ਤੇ ਵੀ ਔਰ ਅਮਨ ਸ਼ਾਂਤੀ ਵੀ ਪੰਜਾਬ ਦੇ ਵਿੱਚ ਰੱਖਣਗੇ। ਹੁਣ ਦੇਖਣਾ ਇਹ ਹੋਊਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਾਕਈ ਚਰਨਜੀਤ ਸਿੰਘ ਚੰਨੀ ਚੀਫ ਮਿਨਿਸਟਰ ਜਿਹੜੇ ਕਿ ਦਲਿਤ ਪਹਿਲੇ ਚੀਫ ਮਿਨਿਸਟਰ ਬਣੇ ਨੇ ਪੰਜਾਬ ਦੇ, ਪੰਜਾਬ ਲਈ ਕਿੰਨਾ ਕੁ ਖਰਾ ਉਤਰਦੇ ਨੇ, ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਕਿਉਂਕਿ 2022 ਦਾ ਜਿਹੜਾ ਬਹੁਤ ਵੱਡਾ ਚੈਲੰਜ ਹੈ ਉਹ ਕਿਸ ਤਰ੍ਹਾਂ ਉਹਨੂੰ ਦੇਖਦੇ ਨੇ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਆਪਸ 'ਚ ਟਸਰ ਚੱਲੀ ਹੋਈ ਆ। ਕੀ ਕੈਪਟਨ ਅਮਰਿੰਦਰ ਸਿੰਘ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਉਣਾ ਚਾਹਣਗੇ ਜਾਂ ਫਿਰ ਸਿੱਧੂ ਨੂੰ ਬਾਹਰ ਕੱਢਣਾ ਚਾਹਣਗੇ? ਕਿਉਂਕਿ ਇਸ ਵੇਲੇ ਸਿੱਧੂ ਔਰ ਕੈਪਟਨ ਦੀ ਲੜਾਈ ਵਿੱਚ ਮਜਬੂਰਨ ਕੈਪਟਨ ਨੂੰ ਅਸਤੀਫਾ ਦੇਣਾ ਪਿਆ ਹੈ। ਹੁਣ ਦੇਖਣਾ ਹੋਊਗਾ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਕਾਂਗਰਸ ਲਈ ਕਿੰਨਾ ਕੁ ਠੀਕ ਹੈ। ਕੈਮਰਾਮੈਨ ਸਲਮਾਨ ਦੇ ਨਾਲ ਰਾਜੇਸ਼ ਮਹਿਰਾ, ਸਿਟੀ ਹੋਮ ਨਿਊਜ਼, ਚੰਡੀਗੜ੍ਹ।